हाँ जी स्टूडेंट्स, ਅੱਜ ਅਸੀਂ ਆਪਣੀ +2 ਕਲਾਸ ਇੰਗਲਿਸ਼ ਇਲੈਕਟਿਵ ਦੇ 9ਵੇਂ ਚੈਪਟਰ ਜੋ ਕਿ ਸਾਡੀ ਸਿਲੇਬਸ ਦੀ 5ਵੀਂ ਪੋਇਮ ਹੈ ਦ Song of ਇੰਡੀਆ, ਇਸ ਨੂੰ ਵੀਕੇ ਗੋਕਕ ਨੇ ਲਿਖਿਆ ਹੋਇਆ ਹੈ। ਅੱਜ ਅਸੀਂ ਇਸ ਪੋਇਮ ਦੇ ਕੁਐਸਚਨ ਆਨਸਰਸ ਕਵਰ ਕਰਾਂਗੇ। ਇਹ ਵੀਡੀਓ ਇਸ ਪੋਇਮ ਦੀ ਸੀਰੀਜ਼ ਦੀ ਸਾਡੀ ਦੂਸਰੀ ਵੀਡੀਓ ਹੋਏਗੀ। ਸਟੂਡੈਂਟਸ, ਇਸ ਪੋਇਮ ਦੀ ਸੀਰੀਜ਼ ਦੇ ਪਹਿਲੇ ਵੀਡੀਓ ਦੇ ਵਿੱਚ ਮੈਂ ਇਸ ਪੋਇਮ ਦੇ ਪੋਇਟ ਵੀਕੇ ਗੋਕਕ ਦੇ ਬਾਰੇ ਜੋ ਇੰਟਰੋਡਕਟਰੀ ਪੈਰਾਗ੍ਰਾਫ ਹੈ ਉਹ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਹੈ ਅਤੇ ਨਾਲ ਹੀ ਇਸ ਪੋਇਮ ਦੇ ਟੈਕਸਟ ਨੂੰ ਮੈਂ ਤੁਹਾਨੂੰ ਸਮਝਾਇਆ ਹੈ। ਇਹ ਕਾਫੀ ਲੰਬੀ ਪੋਇਮ ਹੈ ਤਾਂ ਮੈਂ ਸਾਰੀ ਪੋਇਮ ਦੀ ਵੀਡੀਓ ਜੋ ਤੁਹਾਨੂੰ ਸ਼ੇਅਰ ਕੀਤੀ ਹੈ ਉਸ ਦੇ ਵਿੱਚ ਜਿੰਨੇ ਵੀ ਲਿਟਰੇਰੀ ਟਰਮਸ ਇਸ ਪੋਇਮ ਦੇ ਵਿੱਚ ਆਏ ਨੇ ਜਾਂ ਇਸ ਪੋਇਮ ਦੇ ਗਲੋਸਰੀ ਐਂਡ ਨੋਟਸ ਦੇ ਸੈਕਸ਼ਨ ਦੇ ਵਿੱਚ ਜੋ ਵੀ ਵਰਡਸ ਲਿਖੇ ਹੋਏ ਨੇ ਉਹ ਵੀ ਮੈਂ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕੀਤੇ ਨੇ। ਤਾਂ ਮੈਨੂੰ ਉਮੀਦ ਹੈ ਬੱਚਿਓ ਕਿ ਤੁਸੀਂ ਇਹ ਪੋਇਮ ਸਾਰੀ ਬਹੁਤ ਹੀ ਚੰਗੀ ਤਰ੍ਹਾਂ ਸਮਝੀ ਹੋਏਗੀ। ਜੇਕਰ ਤੁਹਾਡੀ ਇਹ ਵੀਡੀਓ ਮਿਸ ਹੋਈ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ ਪੋਇਮ ਦੇ ਪਹਿਲੇ ਵੀਡੀਓ ਜਿਸ ਦੇ ਵਿੱਚ ਮੈਂ ਸਾਰੀ ਪੋਇਮ ਐਕਸਪਲੇਨ ਕੀਤੀ ਹੈ ਉਸ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ। ਅੱਜ ਦਾ ਵੀਡੀਓ ਦੇਖਣ ਤੋਂ ਪਹਿਲਾਂ ਵੀਡੀਓ ਦਾ ਟੈਕਸਟ ਸਮਝਣਾ ਬਹੁਤ ਜ਼ਰੂਰੀ ਹੈ। ਜਿਨ੍ਹਾਂ ਨੇ ਇਹ ਵੀਡੀਓ ਦੇਖ ਰੱਖੀ ਹੈ ਉਹ ਅੱਜ ਵਾਲਾ ਵੀਡੀਓ ਕੰਟੀਨਿਊ ਕਰ ਸਕਦੇ। ਤਾਂ ਸਟੂਡੈਂਟਸ, ਪੋਇਮ ਦੇ ਟੈਕਸਟ ਦੇ ਬਾਅਦ ਵਿੱਚ ਅੰਡਰਸਟੈਂਡਿੰਗ ਦਾ ਪੋਇਮ ਸੈਕਸ਼ਨ ਦੇ ਵਿੱਚ ਤੁਹਾਡੀ ਪੋਇਮ ਦੇ ਟੋਟਲ 5 ਕੁਐਸਚਨਸ ਤੁਹਾਡੀ ਬੁੱਕ ਦੇ ਵਿੱਚ ਦਿੱਤੇ ਹੋਏ ਨੇ। ਆਪਾਂ ਪਹਿਲਾਂ ਇੱਕ ਵਾਰੀ ਇਹ ਸਾਰੇ ਕੁਐਸਚਨਸ ਦੇਖ ਲੈਂਦੇ ਹਾਂ। ਤਾਂ ਪਹਿਲਾ ਕੁਐਸਚਨ ਹੈ ਕਿ ਵਾਟ ਡਜ਼ ਦਾ ਪੋਇਟ ਵਾਂਟ ਟੂ ਸਿੰਗ ਆਫ ਐਜ਼ ਅ ਟ੍ਰਿਬਿਊਟ ਟੂ ਹਿਜ਼ ਮਦਰਲੈਂਡ, ਕਿ ਕਵੀ ਆਪਣੀ ਮਾਤ ਭੂਮੀ ਨੂੰ ਸ਼ਰਧਾਂਜਲੀ ਦੇ ਤੌਰ ਤੇ ਕਿਹੜਾ Song ਪੇਸ਼ ਕਰਨਾ ਚਾਹੁੰਦਾ ਹੈ, ਕੀ ਗਾਣਾ ਚਾਹੁੰਦਾ ਹੈ। ਸੈਕਿੰਡ ਕੁਐਸਚਨ ਹੈ ਕਿ ਹਾਊ ਡਜ਼ ਦਾ ਮਦਰ ਰਿਮਾਈਂਡ ਦਾ ਪੋਇਟ ਦੈਟ ਦਾ ਡਾਰਕਰ ਸਾਈਡ ਆਫ ਲਾਈਫ ਨੀਡਸ ਹਿਜ਼ ਗ੍ਰੇਟਰ ਅਟੈਂਸ਼ਨ ਐਂਡ ਕੰਸਰਨ, ਕਿਵੇਂ ਭਾਰਤ ਮਾਤਾ ਪੋਇਟ ਨੂੰ ਰਿਮਾਈਂਡ ਕਰਾਉਂਦੀ ਹੈ, ਉਸ ਨੂੰ ਯਾਦ ਦਿਲਾਉਂਦੀ ਹੈ ਕਿ ਲਾਈਫ ਦੇ ਜਿਹੜੇ ਡਾਰਕਰ ਸਾਈਡਸ ਨੇ, ਹਨੇਰ ਭਰਿਆ ਜਿਹੜਾ ਹਿੱਸਾ ਹੈ ਉਸ ਦੇ ਵੱਲ ਉਸ ਦਾ ਧਿਆਨ ਜ਼ਿਆਦਾ ਜਾਣਾ ਚਾਹੀਦਾ ਹੈ। ਥਰਡ ਕੁਐਸਚਨ ਹੈ ਕਿ ਵਾਟ ਅਕੋਰਡਿੰਗ ਟੂ ਦਾ ਮਦਰ ਆਰ ਦਾ ਅਕੰਪਨੀਮੈਂਟਸ ਆਫ ਟੈਕਨੋਲੋਜੀਕਲ ਪ੍ਰੋਗਰੈਸ, ਭਾਰਤ ਮਾਤਾ ਦੇ ਅਨੁਸਾਰ ਜਦੋਂ ਤਕਨੀਕੀ ਉન્નਤੀ ਹੁੰਦੀ ਹੈ ਤਾਂ ਉਸ ਦੇ ਨਾਲ ਸਾਨੂੰ ਹੋਰ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਕੰਪਨੀਮੈਂਟਸ ਦਾ ਮਤਲਬ ਹੁੰਦਾ ਬੱਚਿਓ ਜਦੋਂ ਕਿਸੇ ਚੀਜ਼ ਦੇ ਨਾਲ ਕੋਈ ਜੁੜ ਕੇ ਵਸਤੂ ਸਾਨੂੰ ਮਿਲਦੀ ਹੈ ਉਸ ਨੂੰ ਅਕੰਪਨੀਮੈਂਟ ਕਹਿੰਦੇ ਆ। ਫੋਰਥ ਕੁਐਸਚਨ, ਵਾਟ ਇਜ਼ ਦਾ ਟਾਈਪ ਆਫ ਦਾ ਟ੍ਰਿਬਿਊਟ ਦੈਟ ਦਾ ਪੋਇਟ ਵਾਂਟਸ ਟੂ ਪੇ ਟੂ ਹਿਜ਼ ਮਦਰਲੈਂਡ। ਆਲਮੋਸਟ ਇਹ ਕੁਐਸਚਨ ਬੱਚਿਓ ਉਹੀ ਹੈ ਜੋ ਪਹਿਲਾ ਹੈ, ਤਾਂ ਪਹਿਲੇ ਤੇ ਚੌਥੇ ਕੁਐਸਚਨ ਦਾ ਆਨਸਰ ਡਿਟੋ ਸੇਮ ਹੈ, ਬਿਲਕੁਲ ਸੇਮ ਹੈ। ਫਿਫਥ ਕੁਐਸਚਨ ਹੈ ਜੀ ਕਿ ਵਟ ਹਾਰਟ ਹੋਲ ਅਨਐਲੋਇਡ ਪਿਕਚਰ ਆਫ ਮਦਰ ਇੰਡੀਆ ਇਜ਼ ਪ੍ਰੈਜ਼ੈਂਟਡ ਇਨ ਦਾ ਕਨਕਲੂਡਿੰਗ ਲਾਈਨਸ ਆਫ ਦਾ ਪੋਇਮ। ਮੈਂ ਤੁਹਾਨੂੰ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ ਕਿ ਹਾਰਟ ਹੋਲ ਦਾ ਮਤਲਬ ਹੈ ਹੋਲ ਹਾਰਟedly, ਪੂਰੇ ਮਨ ਨਾਲ, ਅਤੇ ਅਨਐਲੋਇਡ ਦਾ ਮਤਲਬ ਆਪਾਂ ਦੇਖਿਆ ਸੀ ਪਿਓਰ। ਕਨਕਲੂਡਿੰਗ ਲਾਈਨਸ ਮਤਲਬ ਪੋਇਮ ਦੀਆਂ ਲਾਸਟ ਵਾਲੀਆਂ ਲਾਈਨਸ ਦੇ ਵਿੱਚ ਭਾਰਤ ਮਾਤਾ ਸਾਡੇ ਭਾਰਤ ਦੀ ਇੱਕ ਹਾਰਟ ਹੋਲ ਪਿਓਰ ਪਿਕਚਰ ਕਿਸ ਤਰ੍ਹਾਂ ਦੀ ਪੇਸ਼ ਕਰਦੀ ਹੈ। ਤਾਂ ਇਹ ਇੱਕ ਤਰ੍ਹਾਂ ਦਾ ਬੱਚਿਓ ਤੁਸੀਂ ਕਹਿ ਸਕਦੇ ਹੋ ਕਿ ਇੱਥੇ ਉਸ ਵਿਜ਼ਨ ਦਾ ਜ਼ਿਕਰ ਕੀਤਾ ਗਿਆ ਜੋ ਪੋਇਟ ਨੂੰ ਦਿਖਦਾ ਹੈ ਬਿਲਕੁਲ ਪੋਇਮ ਦੇ ਐਂਡ ਦੇ ਵਿੱਚ। ਤਾਂ ਅਸੀਂ ਉਸ ਵਿਜ਼ਨ ਦੇ ਬਾਰੇ ਕੁਝ ਲਾਈਨਾਂ ਦੱਸਣੀਆਂ ਨੇ। ਤਾਂ ਬੱਚਿਓ, ਮੈਂ ਜਿਹੜਾ ਤੁਹਾਡੇ ਲਈ ਅੱਜ ਕੁਐਸਚਨ ਲੈ ਕੇ ਆਇਆ ਉਸ ਦੇ ਆਨਸਰ ਦੇ ਵਿੱਚ ਮੈਂ ਇਹ ਸਾਰੇ 5 ਦੇ 5 ਕੁਐਸਚਨਸ ਦੇ ਆਨਸਰਸ ਇਨਕਲੂਡ ਕੀਤੇ ਨੇ। ਜਿਵੇਂ ਜਿਵੇਂ ਕੁਐਸਚਨਸ ਦੇ ਆਨਸਰ ਆਈ ਜਾਣਗੇ ਮੈਂ ਤੁਹਾਨੂੰ ਨਾਲੋਂ ਨਾਲ ਐਕਸਪਲੇਨ ਕਰਦਾ ਜਾਵਾਂਗਾ। ਸਟੂਡੈਂਟਸ, ਮੈਂ ਦੱਸਣਾ ਚਾਹਾਂਗਾ ਕਿ ਅਸੀਂ 12ਵੀਂ ਕਲਾਸ ਇੰਗਲਿਸ਼ ਇਲੈਕਟਿਵ ਦੇ ਟਰਮ 1 ਦੇ ਸਿਲੇਬਸ ਦੇ ਬਹੁਤ ਸਾਰੇ ਚੈਪਟਰਸ ਆਲਰੇਡੀ ਕਵਰ ਕਰ ਲਏ ਨੇ। ਤੁਹਾਡੀ ਪਹਿਲੀ ਬੁੱਕ ਡੀਅਰ ਟੂ ਆਲ ਦਾ ਮਿਊਜ਼ਿਸ ਦੇ ਅਸੀਂ ਕਈ ਚੈਪਟਰ ਜਿਵੇਂ ਕਿ ਪਹਿਲਾ ਚੈਪਟਰ ਵਾਰੀਅਰ ਅਗੇਂਸਟ ਵੀਡਸ, ਦੂਸਰਾ ਅ ਮੋਸਟ ਫੋਰਗਿਵਿੰਗ ਏਪ, ਤੀਸਰਾ ਅ ਯੰਗ ਤਰਕਿਸ਼ ਕੈਟਾਸਟ੍ਰਫੀ, ਫੋਰਥ ਚੈਪਟਰ ਅ ਟਾਈਨੀ ਸੈਂਚਰੀ, ਫਿਫਥ ਮਨੋਮਾਜਰਾ ਅਤੇ 6ਵਾਂ ਚੈਪਟਰ ਜਮਾਈਕਨ ਫਰੈਗਮੈਂਟ। ਇਹ ਸਾਰੇ ਚੈਪਟਰਸ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਅਤੇ ਐਨਾਲਿਸਿਸ ਕਵਰ ਕਰ ਲਿਆ ਹੈ। ਇਸੇ ਤਰ੍ਹਾਂ ਤੁਹਾਡੀ ਸੈਕਿੰਡ ਬੁੱਕ ਦਾ ਲਿਟਰੇਰੀ ਪੈਟਰਨਸ ਦੇ ਕਾਫੀ ਚੈਪਟਰ ਜਿਵੇਂ ਕਿ ਤੁਹਾਡਾ ਪਹਿਲਾ ਚੈਪਟਰ ਹਿੰਦ ਕੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ, ਫੋਰਥ ਚੈਪਟਰ ਦਾ ਗੈਂਬਲਿੰਗ ਮੈਚ, 7th ਚੈਪਟਰ ਦਾ ਇਟਰਨਲ ਵਾਈ, ਅਤੇ ਇਸ ਦੇ ਨਾਲ ਹੀ ਇਸ ਬੁੱਕ ਦੇ ਵਿੱਚ ਮੌਜੂਦ ਬਹੁਤ ਸਾਰੀਆਂ ਪੋਇਮਸ ਜਿਵੇਂ ਕਿ ਤੁਹਾਡੀ ਪਹਿਲੀ ਪੋਇਮ ਬਾਰਡਰ ਗਾਰਡਸ, ਦੂਸਰੀ ਪੋਇਮ ਮਾਈ ਹਾਰਟ ਲੀਪਸ ਵੈਨ ਆਈ ਬਿਹੋਲਡ, ਤੀਸਰੀ ਪੋਇਮ ਦਾ ਕੁਆਲਿਟੀ ਆਫ ਮਰਸੀ ਅਤੇ ਚੌਥੀ ਪੋਇਮ ਦਾ ਫੈਂਸੀ ਡਰੈਸ ਸ਼ੋ। ਇਹ ਸਾਰੇ ਚੈਪਟਰਸ ਅਤੇ ਪੋਇਮਸ ਦੀ ਅਸੀਂ ਕੰਪਰੀਹੈਂਸਿਵ ਐਕਸਪਲੇਨੇਸ਼ਨ ਐਨਾਲਿਸਿਸ ਸਭ ਕਵਰ ਕਰ ਲਈ ਹੈ ਅਤੇ ਮੈਂ ਇਸ ਦੇ ਸਾਰੇ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਇਹਨਾਂ ਦੇ ਸਾਰੇ ਚੈਪਟਰਸ ਦੇ ਕੁਐਸਚਨ ਆਨਸਰਸ ਦੇ ਵੀਡੀਓਜ਼ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਚੁੱਕਿਆ ਹਾਂ। ਉਮੀਦ ਹੈ ਬੱਚਿਓ ਕਿ ਤੁਸੀਂ ਇਹ ਸਾਰੇ ਵੀਡੀਓਜ਼ ਦੇਖੇ ਹੋਣਗੇ। ਜੇਕਰ ਤੁਹਾਡਾ ਕੋਈ ਵੀ ਵੀਡੀਓ ਮਿਸ ਹੋਇਆ ਹੈ ਤਾਂ ਮੈਂ ਤੁਹਾਨੂੰ ਸਕਰੀਨ ਦੇ ਟੌਪ ਰਾਈਟ ਕਾਰਨਰ ਦੇ ਉੱਪਰ +2 ਕਲਾਸ ਇੰਗਲਿਸ਼ ਇਲੈਕਟਿਵ ਦੇ ਪਲੇਲਿਸਟ ਦਾ ਲਿੰਕ ਤੁਹਾਨੂੰ ਪ੍ਰੋਵਾਈਡ ਕਰ ਰਿਹਾ ਹਾਂ ਜਿਸ ਤੇ ਜਾ ਕੇ ਤੁਸੀਂ ਇਹ ਸਾਰੇ ਵੀਡੀਓਜ਼ ਦੇਖ ਸਕਦੇ ਹੋ। ਤਾਂ ਸਾਡਾ ਕੁਐਸਚਨ ਹੈ ਬੱਚਿਓ ਕਿ ਗਿਵ ਇਨ ਯੂਰ ਓਨ ਵਰਡਸ ਦੀ ਸਮਰੀ, ਸਬਸਟੈਂਸ, ਡਿਵੈਲਪਮੈਂਟ ਆਫ ਥਾਟ, ਸੈਂਟਰਲ ਆਈਡੀਆ ਆਫ ਦਾ ਪੋਇਮ ਦਾ Song of ਇੰਡੀਆ। ਤਾਂ ਜਿਹੜਾ ਇੱਕ ਕੰਪਰੀਹੈਂਸਿਵ ਕੁਐਸਚਨ ਬੱਚਿਓ ਬਣਦਾ ਹੈ ਉਸ ਦੇ ਵਿੱਚ ਇਸ ਪੋਇਮ ਦੀ ਸਮਰੀ ਪੁੱਛੀ ਜਾ ਸਕਦੀ ਹੈ, ਸਾਰ ਪੁੱਛਿਆ ਜਾ ਸਕਦਾ ਹੈ
ਸਬਸਟੈਂਸ ਵੀ ਸਾਰ ਦੀ ਤਰ੍ਹਾਂ ਦਾ ਹੀ ਹੁੰਦਾ। ਇਸ ਦੇ ਵਿੱਚ ਥੋੜ੍ਹੇ ਪੋਇਟ ਦੇ ਜੋ ਵਿਊਜ਼ ਆਏ ਹੈ ਉਹ ਸਾਨੂੰ ਐਕਸਪ੍ਰੈਸ ਕਰਨੇ ਪੈਂਦੇ ਹੈ। ਡਿਵੈਲਪਮੈਂਟ ਆਫ ਥਾਟ ਦੇ ਵਿੱਚ ਇਹ ਦੱਸਣਾ ਪੈਂਦਾ ਹੈ ਕਿ ਪੋਇਟ ਆਪਣੇ ਵਿਚਾਰਾਂ ਨੂੰ ਕਿਸ ਤਰੀਕੇ ਦੇ ਨਾਲ ਸ਼ੁਰੂ ਕਰਦਾ ਹੈ ਅਤੇ ਕਿਸ ਤਰੀਕੇ ਦੇ ਨਾਲ ਅੰਤ ਕਰਦਾ ਹੈ, ਤਾਂ ਸਾਨੂੰ ਪੂਰੀ ਡਿਵੈਲਪਮੈਂਟ ਦੱਸਣੀ ਪੈਂਦੀ ਹੈ। ਸੈਂਟਰਲ ਆਈਡੀਆ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਕਿ ਕੇਂਦਰੀ ਭਾਵ ਨੂੰ ਕਿਹਾ ਜਾਂਦਾ ਹੈ। ਤਾਂ ਬੱਚਿਓ, ਇਸ ਪੋਇਮ ਦਾ ਜਿਹੜਾ ਮੇਨ ਕੁਐਸਚਨ ਬਣਦਾ ਹੈ ਜੋ ਤੁਹਾਡੇ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ ਪੁੱਛਿਆ ਜਾ ਸਕਦਾ ਹੈ, ਤਾਂ ਇਹਨਾਂ ਚਾਰਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਪੁੱਛਿਆ ਜਾ ਸਕਦਾ ਹੈ। ਤਾਂ ਪੁਰਾਣੇ ਪੈਟਰਨ ਦੇ ਮੁਤਾਬਕ ਜੋ ਕਿ ਅੱਜ ਵੀ ਚੱਲ ਰਿਹਾ ਹੈ, ਤਾਂ 6 ਨੰਬਰ ਦਾ ਕੁਐਸਚਨ ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਹੈ। ਇਸ ਦੇ ਵਿੱਚ ਉਹ ਵੀ ਕੁਐਸਚਨ ਪੁੱਛੇ ਜਾ ਸਕਦੇ ਨੇ ਜੋ ਤੁਹਾਡੇ ਟੈਕਸਟ ਦੇ ਐਂਡ ਦੇ ਵਿੱਚ ਦਿੱਤੇ ਗਏ ਨੇ, ਜਿਨ੍ਹਾਂ ਨੂੰ ਆਪਾਂ ਹੁਣੇ ਹੀ ਡਿਸਕਸ ਕੀਤਾ ਹੈ। ਤਾਂ ਮੈਂ ਇਹਨਾਂ ਸਾਰਿਆਂ ਦੇ ਆਨਸਰਸ ਬੱਚਿਓ ਇਸ ਕੰਪਰੀਹੈਂਸਿਵ ਆਨਸਰ ਦੇ ਵਿੱਚ ਇਨਕਲੂਡ ਕੀਤੇ ਹਨ। ਤਾਂ ਆਪਾਂ ਆਨਸਰ ਸ਼ੁਰੂ ਕਰਦੇ ਹਾਂ। ਆਨਸਰ ਹੈ ਜੀ, ਦਾ Song of India is written by V.K. Gokak। ਐਜ਼ ਯੂਜ਼ੁਅਲ ਬੱਚਿਓ, ਪੋਇਮ ਦਾ ਨਾਮ ਅਸੀਂ ਸਿੰਗਲ ਕੋਟਸ ਦੇ ਵਿੱਚ ਪਾਣਾ ਹੈ ਤੇ ਸਾਨੇ ਕੈਪੀਟਲ ਲੈਟਰਸ ਦਾ ਖਿਆਲ ਰੱਖਣਾ ਹੈ। ਸਾਨੂੰ ਇਹ ਵੀ ਪਤਾ ਹੈ ਕਿ ਇਹ ਸਾਡੀ ਪੋਇਮ V.K. Gokak ਨੇ ਲਿਖੀ ਹੋਈ ਹੈ, ਤਾਂ ਇਹਨਾਂ ਦੇ ਵੀ ਜਿਹੜੇ ਕੈਪੀਟਲ ਲੈਟਰਸ ਤੇ ਸਮਾਲ ਲੈਟਰਸ ਦਾ ਧਿਆਨ ਰੱਖਣਾ ਹੈ। ਇਟ ਇਜ਼ ਅ ਪੈਟਰੀਓਟਿਕ ਪੋਇਮ। ਤਾਂ ਇਹ ਇੱਕ ਦੇਸ਼ ਭਗਤੀ ਦੇ ਨਾਲ ਓਤ-ਪ੍ਰੋਤ ਕਵਿਤਾ ਹੈ। ਤਾਂ ਪੈਟਰੀਓਟਿਕ ਦਾ ਮਤਲਬ ਹੁੰਦਾ ਬੱਚਿਓ ਦੇਸ਼ ਭਗਤੀ। The poet says that we must be proud of our tradition, culture, natural beauty and industrial progress। ਕਵਿਤਾ ਦੇ ਵਿੱਚ ਕਵੀ ਕਹਿੰਦਾ ਹੈ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ। ਪ੍ਰਾਊਡ ਦੇ ਨਾਲ ਹਮੇਸ਼ਾ ਆਫ ਪ੍ਰੈਪੋਜੀਸ਼ਨ ਆਉਂਦੀ ਹੈ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਸਾਡੀਆਂ ਪਰੰਪਰਾਵਾਂ ਦਾ। ਟ੍ਰੈਡੀਸ਼ਨ ਦਾ ਮਤਲਬ ਹੁੰਦਾ ਬੱਚਿਓ ਪਰੰਪਰਾਵਾਂ, ਸਾਡੇ ਕਲਚਰ ਦਾ, ਸੱਭਿਆਚਾਰ, ਸਾਡੇ ਭਾਰਤ ਦੀ ਨੈਚੁਰਲ ਬਿਊਟੀ ਦਾ, ਜੋ ਕੁਦਰਤ ਦੀ ਸੁੰਦਰਤਾ ਹੈ ਉਸ ਦਾ, ਅਤੇ ਇੰਡਸਟਰੀਅਲ ਪ੍ਰੋਗਰੈਸ ਅਤੇ ਜੋ ਉਦਯੋਗਿਕ ਉન્નਤੀ ਹੋਈ ਹੈ ਉਸ ਦਾ ਸਾਨੂੰ ਮਾਣ ਹੋਣਾ ਚਾਹੀਦਾ ਹੈ। ਬਟ ਵੀ ਸ਼ੁੱਡ ਆਲਸੋ ਬੀ ਅਵੇਅਰ ਅਬਾਊਟ ਦਾ ਮੈਨੀ ਪ੍ਰੋਬਲਮਸ ਪ੍ਰੈਜ਼ੈਂਟ ਇਨ ਇੰਡੀਆ। ਪਰੰਤੂ ਸਾਨੂੰ ਜਾਣੂ ਹੋਣਾ ਚਾਹੀਦਾ ਹੈ। ਅਵੇਅਰ ਦਾ ਮਤਲਬ ਹੁੰਦਾ ਬੱਚਿਓ ਜਾਣੂ ਹੋਣਾ, ਕਿ ਸਾਨੂੰ ਜਾਣੂ ਹੋਣਾ ਚਾਹੀਦਾ ਹੈ ਉਹਨਾਂ ਬਹੁਤ ਸਾਰੀਆਂ ਪ੍ਰੋਬਲਮਸ ਤੋਂ, ਮੁਸ਼ਕਲਾਂ ਤੋਂ ਜੋ ਕਿ ਸਾਡੇ ਭਾਰਤ ਦੇ ਵਿੱਚ ਪ੍ਰੈਜ਼ੈਂਟ ਨੇ, ਮੌਜੂਦ ਨੇ, ਉਹਨਾਂ ਤੋਂ ਵੀ ਸਾਨੂੰ ਜਾਣੂ ਹੋਣਾ ਚਾਹੀਦਾ ਹੈ। ਐਂਡ ਵੀ ਸ਼ੁੱਡ ਸਟਰਾਈਵ ਟੂ ਇਰੈਡੀਕੇਟ ਦੈਮ। ਅਤੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ, ਪੂਰੀ ਜ਼ੋਰ ਨਾਲ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਟਰਾਈਵ ਦਾ ਮਤਲਬ ਹੁੰਦਾ ਬੱਚਿਓ ਕੋਸ਼ਿਸ਼ ਕਰਨੀ, ਪੁਰਜ਼ੋਰ ਕੋਸ਼ਿਸ਼ ਕਰਨੀ। ਇਰੈਡੀਕੇਟ ਦਾ ਮਤਲਬ ਦੂਰ ਕਰਨਾ, ਕਿ ਸਾਨੂੰ ਇਹਨਾਂ ਪ੍ਰੋਬਲਮਸ ਨੂੰ ਦੂਰ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਦਿਸ ਪੋਇਮ ਇਜ਼ ਇਨ ਦੀ ਫਾਰਮ ਆਫ ਡਾਇਲੌਗਸ ਬਿਟਵੀਨ ਦਾ ਪੋਇਟ ਐਂਡ ਮਦਰ ਇੰਡੀਆ। ਤਾਂ ਸਾਨੂੰ ਪਤਾ ਹੈ ਬੱਚਿਓ ਕਿ ਇਸ ਪੋਇਮ ਦੇ ਵਿੱਚ ਦੋ ਸਪੀਕਰ ਹੈ, ਇੱਕ ਪਾਸੇ ਪੋਇਟ ਹੈ, ਇੱਕ ਪਾਸੇ ਮਦਰ ਇੰਡੀਆ ਹੈ, ਅਤੇ ਦੋਨਾਂ ਦੇ ਵਿੱਚ ਸੰਵਾਦ ਹੁੰਦੇ ਆ, ਡਾਇਲੌਗਸ ਬੋਲੇ ਜਾਂਦੇ ਆ। ਤਾਂ ਇਹ ਪੋਇਮ ਇੱਕ ਤਰ੍ਹਾਂ ਦੀ ਡਾਇਲੌਗਸ ਦੀ ਫਾਰਮ ਦੇ ਵਿੱਚ ਲਿਖੀ ਗਈ ਹੈ। ਤੇ ਜਿਹੜੇ ਸੰਵਾਦ ਹੈ, ਡਾਇਲੌਗਸ ਹੈ, ਇਹ ਕੌਣ ਬੋਲਦਾ ਹੈ ਜੀ? ਕਵੀ ਬੋਲਦਾ ਹੈ ਅਤੇ ਭਾਰਤ ਮਾਤਾ ਬੋਲਦੀ ਹੈ। ਦਾ ਪੋਇਟ ਵਾਂਟਸ ਟੂ ਸਿੰਗ ਅ ਸੌਂਗ ਇਨ ਪ੍ਰੇਜ਼ ਆਫ ਮਦਰ ਇੰਡੀਆ। ਤਾਂ ਪੋਇਮ ਦੇ ਸ਼ੁਰੂ 'ਚ ਹੀ ਬੱਚਿਓ ਪੋਇਟ ਭਾਰਤ ਮਾਤਾ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਲਈ ਇੱਕ ਗਾਣਾ ਗਾਣਾ ਚਾਹੁੰਦਾ। ਤਾਂ ਉਹੀ ਗੱਲ ਲਿਖੀ ਗਈ ਹੈ ਕਿ ਕਵੀ ਚਾਹੁੰਦਾ ਹੈ ਕਿ ਉਹ ਇੱਕ ਗਾਣਾ ਗਾਵੇ ਇਨ ਪ੍ਰੇਜ਼ ਆਫ ਦਾ ਮਤਲਬ ਪ੍ਰਸ਼ੰਸਾ ਦਾ ਗਾਣਾ ਗਾਵੇ। ਕਿਸ ਦੀ ਪ੍ਰਸ਼ੰਸਾ ਦੇ ਬਾਰੇ? ਮਦਰ ਇੰਡੀਆ, ਭਾਰਤ ਮਾਤਾ ਦੀ ਪ੍ਰਸ਼ੰਸਾ ਬਾਰੇ ਉਹ ਗਾਣਾ ਗਾਣਾ ਚਾਹੁੰਦਾ। ਹੀ ਆਸਕਡ ਦਾ ਮਦਰ ਇਫ ਹੀ ਸ਼ੁੱਡ ਸਿੰਗ ਅਬਾਊਟ ਹਿਮਾਲਯਸ, ਦਾ 3 ਸੀਜ਼ ਔਰ ਦਾ ਗੋਲਡਨ ਮਾਰਨਿੰਗਸ। ਪੋਇਮ ਦੇ ਪਹਿਲੇ ਪੈਰੇ 'ਚ ਹੀ ਸਾਨੂੰ ਬੱਚਿਓ ਪਤਾ ਚੱਲਦਾ ਹੈ ਕਿ ਉਹ 3 ਆਪਸ਼ਨ ਦਿੰਦਾ ਹੈ ਭਾਰਤ ਮਾਤਾ ਨੂੰ ਕਿ ਕੀ ਮੈਂ ਹਿਮਾਲਿਆ ਦੀਆਂ ਬਰਫ਼ ਨਾਲ ਲੱਦੀਆਂ ਹੋਈਆਂ ਪੀਕਸ, ਚੋਟੀਆਂ, ਉਹਨਾਂ ਦੇ ਬਾਰੇ ਮੈਂ ਗਾਣਾ ਗਾਵਾਂ। ਉਹ ਚੋਟੀਆਂ ਤੋਂ ਉਸ ਦਾ ਮਤਲਬ ਮਾਊਂਟ ਐਵਰੈਸਟ, ਕੰਚਨਜੰਗਾ, ਇਹਨਾਂ ਸਾਰੀਆਂ ਚੋਟੀਆਂ ਤੋਂ ਹੈ, ਕਿ ਮੈਂ ਉਹਨਾਂ ਬਾਰੇ ਗਾਣਾ ਗਾਵਾਂ। ਜਾਂ ਉਹ 3 ਸੀਜ਼, 3 ਸਮੁੰਦਰਾਂ ਦੇ ਬਾਰੇ ਗਾਣਾ ਗਾਣ ਦੀ ਆਪਸ਼ਨ ਦਿੰਦਾ ਹੈ। 3 ਸਮੁੰਦਰ ਇੱਥੇ ਕਿਹੜੇ ਨੇ ਜੀ? ਅਰੇਬੀਅਨ ਸੀ ਹੈ, ਇੰਡੀਅਨ ਓਸ਼ੀਅਨ ਹੈ ਅਤੇ ਬੇ ਆਫ ਬੰਗਾਲ ਹੈ। ਮੈਂ ਤੁਹਾਨੂੰ ਪਿਕਚਰ ਡਰਾਅ ਕਰਕੇ ਵੀ ਐਕਸਪਲੇਨੇਸ਼ਨ ਸਮਝਾਇਆ ਸੀ। ਇਹ ਤਿੰਨੇ ਸਮੁੰਦਰ ਭਾਰਤ ਮਾਤਾ ਦੇ ਚਰਨਾਂ 'ਚ ਆ ਕੇ ਪ੍ਰਣਾਮ ਕਰਦੇ ਨੇ, ਉਹਨਾਂ ਦੇ ਬਾਰੇ ਉਹ ਗਾਣਾ ਗਾਣਾ ਚਾਹੁੰਦਾ ਹੈ। ਤਾਂ ਇੱਕ ਆਪਸ਼ਨ ਇਹ ਦਿੰਦਾ ਹੈ, ਅਤੇ ਉਹ ਤੀਸਰੀ ਆਪਸ਼ਨ ਇਹ ਦਿੰਦਾ ਹੈ ਦਾ ਗੋਲਡਨ ਮਾਰਨਿੰਗਸ, ਕਿ ਭਾਰਤ ਦੀ ਜਿਹੜੀ ਸੱਜਰੀ ਸਵੇਰ ਹੈ, ਜਿਸ ਨੂੰ ਕਿ ਸੂਰਜ ਦੀਆਂ ਕਿਰਨਾਂ, ਸੁਨਹਿਰੇ ਰੰਗ ਦੀਆਂ ਕਿਰਨਾਂ ਹੋਰ ਵੀ 4 ਚੰਨ ਲਾ ਦਿੰਦੀਆਂ ਨੇ, ਕਿ ਮੈਂ ਉਸ ਸੁਨਹਿਰੇ ਰੰਗ ਦੀ ਸੱਜਰੀ ਸਵੇਰ ਦੇ ਬਾਰੇ ਤੇਰੇ ਲਈ ਗਾਣਾ ਗਾਵਾਂ। ਤਾਂ ਉਹ 3 ਆਪਸ਼ਨ ਦਿੰਦਾ ਹੈ ਪਹਿਲੇ ਸਟੈਂਜ਼ੇ ਦੇ ਵਿੱਚ। ਬਟ ਦਾ ਮਦਰ ਆਸਕ ਹਿਮ ਟੂ ਸਿੰਗ ਅਬਾਊਟ ਦਾ ਬੈਗਰਸ, ਲੈਪਰਸ ਐਂਡ ਦਾ ਡਰਟ ਪ੍ਰੈਜ਼ੈਂਟ ਇਨ ਇੰਡੀਆ। ਪਰੰਤੂ ਮਦਰ ਉਸ ਨੂੰ ਕਹਿੰਦੀ ਹੈ ਕਿ ਤੂੰ ਜੇ ਗਾਣਾ ਗਾਣਾ ਹੈ ਤਾਂ ਤੂੰ ਭਾਰਤ ਦੇ ਵਿੱਚ ਮੌਜੂਦ ਭਿਖਾਰੀਆਂ ਲਈ ਗਾਣਾ ਗਾ। ਲੈਪਰਸ ਹੁੰਦਾ ਬੱਚਿਓ ਕੋੜੀ, ਇੱਕ ਅਜਿਹਾ ਮਰੀਜ਼ ਜਿਸ ਨੂੰ ਕਿ ਕੋੜ ਹੋ ਗਿਆ ਹੋਵੇ ਉਸ ਨੂੰ ਆਪਾਂ ਲੈਪਰ ਕਹਿੰਦੇ ਆ। ਲੈਪਰਸੀ ਬੱਚਿਓ ਕੋੜ ਨੂੰ ਕਿਹਾ ਜਾਂਦਾ ਹੈ, ਉੱਥੋਂ ਹੀ ਲੈਪਰ ਬਣਦਾ ਹੈ। ਐਂਡ ਦਾ ਡਰਟ ਪ੍ਰੈਜ਼ੈਂਟ, ਅਤੇ ਜਿਹੜੀ ਭਾਰਤ ਦੇ ਵਿੱਚ ਗੰਦਗੀ ਫੈਲੀ ਹੋਈ ਹੈ, ਡਰਟ, ਫਿਲਥ, ਇਹ ਵਰਡਸ ਤੁਹਾਡੀ ਪੋਇਮ ਦੇ ਵਿੱਚ ਆਏ ਸੀ, ਕਿ ਜਿਸ ਨੇ ਮੇਰੀ ਜਿਹੜੀ ਸਿਲਵੀਅਨ ਰਿਟਰੀਟਸ ਹੈ, ਯਾਦ ਕਰੋ ਬੱਚਿਓ ਸਿਲਵੀਅਨ ਰਿਟਰੀਟਸ ਫਰੇਜ਼ ਆਇਆ ਸੀ ਪੋਇਮ ਦੇ ਵਿੱਚ, ਜਿਸ ਨੂੰ ਮੈਂ ਤੁਹਾਨੂੰ ਐਕਸਪਲੇਨ ਕਰਦੇ ਹੋਏ ਦੱਸਿਆ ਸੀ ਕਿ ਜੋ ਇੱਕ ਨੈਚੁਰਲ ਬਿਊਟੀ ਹੁੰਦੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਸਾਡੇ ਭਾਰਤ ਦੀ। ਕਿਉਂ? ਕਿਉਂਕਿ ਇੰਨੀ ਜ਼ਿਆਦਾ ਡਰਟ, ਇੰਨੀ ਜ਼ਿਆਦਾ ਫਿਲਥ, ਗੰਦਗੀ ਫੈਲ ਚੁੱਕੀ ਕਿ ਹੁਣ ਭਾਰਤ ਦੀ ਨੈਚੁਰਲ ਬਿਊਟੀ ਤੇ ਵੀ ਦਾਗ ਲੱਗ ਰਹੇ ਨੇ।
ਤਾਂ ਮਦਰ ਇੰਡੀਆ ਹੀ ਕਹਿੰਦੀ ਹੈ ਕਿ ਜੇ ਤੂੰ ਗਾਣਾ ਗਾਣਾ ਚਾਹੁੰਦਾ ਹੀ ਹੈ ਤਾਂ ਤੂੰ ਬੈਗਰਸ, ਲੈਪਰਸ ਜਾਂ ਭਾਰਤ ਦੇ ਵਿੱਚ ਮੌਜੂਦ ਗੰਦਗੀ ਤੇ ਗਾਣਾ ਗਾ। The poet again asked mother if he should sing about the rock-cut temples, the martyrs or the holy saints of India। ਤਾਂ ਅਗਲੇ ਸਟੈਂਸ ਦੇ ਵਿੱਚ ਕਵੀ ਇੱਕ ਵਾਰੀ ਫਿਰ ਕੋਸ਼ਿਸ਼ ਕਰਦਾ ਹੈ, ਅਗੇਨ ਆਸ, ਫਿਰ ਪੁੱਛਦਾ ਹੈ ਮਦਰ ਇੰਡੀਆ ਨੂੰ ਕਿ ਕੀ ਉਹ ਰੌਕ-ਕਟ ਟੈਂਪਲਸ ਤੇ ਗਾਣਾ ਗਾ ਸਕਦਾ ਹੈ। ਨਾ ਉਹ ਰੌਕ-ਕਟ ਟੈਂਪਲਸ ਕਿਹਨੂੰ ਕਹਿ ਰਿਹਾ ਬੱਚਿਓ? ਤਾਂ ਭਾਰਤ ਦੇ ਬਹੁਤ ਸਾਰੇ ਮੰਦਰ, ਪ੍ਰਾਚੀਨ ਮੰਦਰ ਅਜਿਹੇ ਨੇ ਜਿਨ੍ਹਾਂ ਨੂੰ ਪਹਾੜਾਂ ਦੀਆਂ ਚੱਟਾਨਾਂ ਦੇ ਵਿੱਚੋਂ ਦੀ ਕੱਟ ਕੇ ਬਣਾਇਆ ਗਿਆ ਹੈ ਅਤੇ ਉਸ ਟੈਂਪਲਸ ਦੇ ਵਿੱਚ ਜਿਹੜੇ ਸਟੋਨਸ ਯੂਜ਼ ਹੋਏ ਨੇ, ਪੱਥਰ ਯੂਜ਼ ਹੋਏ ਨੇ, ਉਹਨਾਂ ਦੇ ਉੱਪਰ ਬਹੁਤ ਸਾਰੀਆਂ ਕਹਾਣੀਆਂ, ਐਪਿਕਸ ਲਿਖੇ ਗਏ ਨੇ। ਇਹ ਸਾਰੀਆਂ ਚੀਜ਼ਾਂ ਅਸੀਂ ਪੋਇਮ ਦੀ ਐਕਸਪਲੇਨੇਸ਼ਨ ਵੇਲੇ ਪੜ੍ਹੀਆਂ ਨੇ। ਤਾਂ ਮੈਂ ਤੁਹਾਨੂੰ ਪੋਇਮ ਸਮਝਾਉਂਦੇ ਹੋਏ ਵੀ ਦੱਸਿਆ ਸੀ ਕਿ ਸ਼ਾਇਦ ਕਵੀ ਇੱਥੇ ਕੈਲਾਸ਼ ਟੈਂਪਲ ਦੀ ਗੱਲ ਕਰ ਰਿਹਾ ਹੈ ਜੋ ਕਿ ਸਾਨੂੰ ਅਜੰਤਾ ਐਲੋਰਾ ਦੀਆਂ ਗੁਫਾਵਾਂ ਵਿੱਚ ਦੇਖਣ ਨੂੰ ਮਿਲਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਦਾ ਟੈਂਪਲ ਹੈ ਜੋ ਕਿ ਚੱਟਾਨਾਂ ਨੂੰ ਕੱਟ ਕੇ ਬਣਾਇਆ ਗਿਆ ਹੈ ਅਤੇ ਇਸ ਦੇ ਪੱਥਰਾਂ ਦੇ ਉੱਪਰ ਮਹਾਭਾਰਤ, ਰਮਾਇਣ, ਐਦਾਂ ਦੇ ਮਹਾਕਾਵ ਲਿਖੇ ਗਏ ਨੇ। ਤਾਂ ਕੀ ਮੈਂ ਇਹਨਾਂ ਰੌਕ-ਕਟ ਟੈਂਪਲਸ ਦੇ ਲਈ ਤੇਰੇ ਲਈ ਗਾਣਾ ਗਾਵਾਂ ਜਾਂ ਫਿਰ ਉਹਨਾਂ ਮਾਰਟਰਸ ਦਾ ਮਤਲਬ ਹੁੰਦਾ ਬੱਚਿਓ ਸ਼ਹੀਦ। ਹਾਲਾਂਕਿ ਕਵੀ ਨੇ ਪੋਇਮ ਦੇ ਵਿੱਚ ਉਹਨਾਂ ਨੂੰ ਚਿਲਡਰਨ ਕਿਹਾ ਕਿ ਮੈਂ ਉਹਨਾਂ ਬੱਚਿਆਂ ਦੇ ਲਈ ਗਾਣਾ ਗਾਵਾਂ ਜਿਨ੍ਹਾਂ ਨੇ ਤੈਨੂੰ ਆਪਣਾ ਕਹਿਣ ਦੇ ਲਈ, ਤੇਰੇ ਲਈ ਅੰਗਰੇਜ਼ ਸਰਕਾਰ ਖਿਲਾਫ ਲੜੇ ਅਤੇ ਸ਼ਹੀਦੀਆਂ ਪ੍ਰਾਪਤ ਕਰ ਗਏ, ਜਾਂ ਫਿਰ ਮੈਂ ਉਹਨਾਂ ਪਵਿੱਤਰ ਆਤਮਾਵਾਂ ਦੇ ਲਈ ਗਾਣਾ ਗਾਵਾਂ, ਪੀਰ ਪੈਗੰਬਰਾਂ ਦੇ ਲਈ ਗਾਣਾ ਗਾਵਾਂ ਜਿਨ੍ਹਾਂ ਨੇ ਭਾਰਤੀ ਲੋਕਾਂ ਨੂੰ ਇੱਕ ਆਤਮਿਕ ਰਾਹ ਦਿਖਾਈ ਹੈ। ਬਟ ਮਦਰ ਆਸਕਡ ਹਿਮ ਟੂ ਸਿੰਗ ਅਬਾਊਟ ਦਾ ਫਾਰਮਰਸ, ਲੇਬਰਰਸ ਐਂਡ ਦਾ ਹੈਲਪਲੈਸ ਇੰਡੀਅਨ ਚਿਲਡਰਨ। ਪਰੰਤੂ ਮਦਰ ਉਸ ਨੂੰ ਕਹਿੰਦੀ ਹੈ ਕਿ ਜੇ ਤੈਨੇ ਗਾਣਾ ਗਾਣਾ ਹੀ ਹੈ ਤਾਂ ਤੂੰ ਭਾਰਤ ਦੇ ਮਿਹਨਤਕਸ਼ ਕਿਸਾਨਾਂ ਦੇ ਲਈ ਗਾਣਾ ਗਾ, ਮਿਹਨਤ ਕਰਨ ਵਾਲੇ ਮਜ਼ਦੂਰਾਂ ਦੇ ਲਈ ਗਾਣਾ ਗਾ ਅਤੇ ਜਾਂ ਫਿਰ ਉਹਨਾਂ ਲਾਚਾਰ ਭਾਰਤੀ ਬੱਚਿਆਂ ਦੇ ਲਈ ਗਾਣਾ ਗਾ ਜਿਨ੍ਹਾਂ ਨੇ ਕਦੇ ਪੜ੍ਹਾਈ ਦੀ ਸਵੇਰ ਹੀ ਨਹੀਂ ਦੇਖੀ, ਜੋ ਅਗਿਆਨਤਾ ਦੇ ਹਨੇਰੇ 'ਚ ਬੈਠੇ ਨੇ, ਜਿਨ੍ਹਾਂ ਨੂੰ ਕੋਈ ਹੋਪ ਹੀ ਨਹੀਂ ਹੈ, ਜਿਨ੍ਹਾਂ ਦੀ ਆਸ ਹੀ ਮਰ ਚੁੱਕੀ। ਅਜਿਹੇ ਲੋਕਾਂ ਦੇ ਲਈ ਗਾਣਾ ਗਾ ਜਿਨ੍ਹਾਂ ਨੇ ਕਦੇ ਮੁਸਕਰਾ ਕੇ ਨਹੀਂ ਦੇਖਿਆ, ਉਹਨਾਂ ਦੇ ਚਿਹਰੇ ਹਮੇਸ਼ਾ ਮੁਰਝਾਏ ਰਹਿੰਦੇ ਨੇ। ਤੂੰ ਉਹਨਾਂ ਮਿਹਨਤਕਸ਼ ਲੋਕਾਂ ਦੇ ਲਈ ਗਾਣਾ ਗਾ। Once again, the poet asked mother if he should sing about the dams, lakes, mills or the technology। ਇੱਕ ਵਾਰੀ ਫਿਰ ਕਵੀ ਕੋਸ਼ਿਸ਼ ਕਰਦਾ ਹੈ, ਹਾਲਾਂਕਿ ਉਹ ਨਰਵਸ ਹੋ ਜਾਂਦਾ ਹੈ, ਬੇਚੈਨ ਹੋ ਜਾਂਦਾ ਹੈ ਕਿ ਮੇਰੀ ਕੋਈ ਪ੍ਰਾਰਥਨਾ ਨਹੀਂ ਮੰਨੀ ਜਾ ਰਹੀ ਮੇਰੀ ਮਾਂ ਵੱਲੋਂ, ਲੇਕਿਨ ਉਹ ਫਿਰ ਵੀ ਕੋਸ਼ਿਸ਼ ਕਰਦਾ ਹੈ ਕਿਉਂਕਿ ਉਸ ਨੂੰ ਲੱਗਦਾ ਹੈ ਕਿ ਮੇਰੀ ਡਿਊਟੀ ਹੈ ਗੀਤ ਲਿਖਣਾ, ਗੀਤ ਗਾਉਣਾ ਮੇਰੀ ਡਿਊਟੀ ਹੈ। ਤਾਂ ਇੱਕ ਵਾਰੀ ਫਿਰ ਹਿੰਮਤ ਕਰਕੇ ਪੁੱਛਦਾ ਹੈ ਕਿ ਕੀ ਮੈਂ ਉਹਨਾਂ ਡੈਮਸ ਤੇ, ਉਹਨਾਂ ਬੰਨਾਂ ਦੇ ਗਾਣਾ ਗਾਵਾਂ ਜਾਂ ਲੇਕਸ ਤੇ ਗਾਣਾ ਗਾਵਾਂ, ਝੀਲਾਂ ਤੇ ਗਾਣਾ ਗਾਵਾਂ ਜਾਂ ਮਿਲਸ, ਫੈਕਟਰੀਆਂ, ਕਾਰਖਾਨੇ ਜੋ ਭਾਰਤ ਸਰਕਾਰ ਨੇ ਆਜ਼ਾਦੀ ਤੋਂ ਬਾਅਦ ਬਣਾਏ ਨੇ ਉਹਨਾਂ ਤੇ ਗਾਣਾ ਗਾਵਾਂ, ਜਾਂ ਫਿਰ ਸਾਡੇ ਭਾਰਤ ਨੇ ਦੇਖੋ ਕਿੰਨੀ ਤਰੱਕੀ ਕੀਤੀ ਹੈ ਇੰਡਸਟਰੀਅਲ ਟੈਕਨੋਲੋਜੀ ਦੇ ਖੇਤਰ 'ਚ, ਉਦਯੋਗਿਕ ਕ੍ਰਾਂਤੀ ਆਈ ਹੈ ਸਾਡੇ ਭਾਰਤ 'ਚ, ਤਾਂ ਕੀ ਮੈਂ ਉਸ ਉਦਯੋਗਿਕ ਤਰੱਕੀ ਤੇ ਗਾਣਾ ਗਾਵਾਂ। ਇੱਥੇ ਕਵੀ ਇਹ ਵੀ ਕਹਿੰਦਾ ਹੈ ਕਿ ਕੀ ਮੈਂ ਉਹਨਾਂ ਲੋਕਾਂ ਦੇ ਲਈ ਗਾਣਾ ਗਾਵਾਂ ਜਿਹੜੇ ਤੈਨੂੰ ਤਰੱਕੀ ਦੇ ਰਾਹਾਂ ਤੇ ਲੈ ਕੇ ਐਟੋਮਿਕ ਏਜ ਦੇ ਵਿੱਚ ਤੈਨੂੰ ਲੈ ਕੇ ਗਏ ਨੇ, ਕਿ ਮੈਂ ਉਹਨਾਂ ਲੋਕਾਂ ਦੇ ਲਈ ਗਾਣਾ ਗਾਵਾਂ। Once again, mother asked him to sing only about the strikes, the class war and violence। ਤਾਂ ਮਦਰ ਇੱਕ ਵਾਰੀ ਫੇਰ ਮਦਰ ਉਸ ਨੂੰ ਕਹਿੰਦੀ ਹੈ ਕਿ ਤੂੰ ਜੇ ਗਾਣਾ ਗਾਣਾ ਹੀ ਹੈ ਤਾਂ ਉਹਨਾਂ ਸਟ੍ਰਾਈਕਸ ਲਈ ਗਾਣਾ ਗਾ। ਸਟ੍ਰਾਈਕਸ ਦਾ ਮਤਲਬ ਬੱਚੇ ਮੈਂ ਤੁਹਾਨੂੰ ਪੋਇਮ ਦੇ ਵਿੱਚ ਦੱਸਿਆ ਸੀ ਕਿ ਇੱਥੇ ਕਵੀ ਦਾ ਮਤਲਬ ਰੈਵੋਲੂਸ਼ਨਸ ਤੋਂ ਹੈ, ਉਹਨਾਂ ਕ੍ਰਾਂਤੀਆਂ ਤੋਂ ਹੈ ਜੋ ਭਾਰਤ ਦੇ ਵਿੱਚ ਆਈਆਂ ਨੇ, ਜਿਸ ਵਿੱਚ ਬਹੁਤ ਜ਼ਿਆਦਾ ਲੋਕਾਂ ਨੇ ਇੱਕ ਦੂਜੇ ਨੂੰ ਮਾਰਿਆ, ਜ਼ੁਲਮ ਹੋਇਆ, ਖੂਨ ਖਰਾਬਾ ਹੋਇਆ। ਉਹਨਾਂ ਸਟ੍ਰਾਈਕਸ ਦੀ ਭਾਰਤ ਮਾਤਾ ਗੱਲ ਕਰਦੀ ਹੈ ਵੀ ਤੂੰ ਉਸ ਤੇ ਗਾਣਾ ਗਾ, ਜਾਂ ਫਿਰ ਕਲਾਸ ਵਾਰ ਤੇ ਗਾਣਾ ਗਾ। ਕਲਾਸ ਵਾਰ ਦਾ ਮਤਲਬ ਬੱਚਿਓ ਕਿ ਦੇਖੋ ਭਾਰਤ ਦੇ ਵਿੱਚ ਅਮੀਰ ਗਰੀਬ ਦੀ ਇੱਕ ਸ਼੍ਰੇਣੀ ਬਣੀ ਹੋਈ ਹੈ, ਕੁਝ ਲੋਕ ਬਹੁਤ ਜ਼ਿਆਦਾ ਅਮੀਰ ਨੇ, ਕੁਝ ਲੋਕ ਬਹੁਤ ਜ਼ਿਆਦਾ ਗਰੀਬ ਨੇ, ਤੂੰ ਉਹਨਾਂ ਤੇ ਗਾਣਾ ਗਾ। ਜਾਂ ਫਿਰ ਜਿਹੜੀ ਵਾਇਲੈਂਸ ਹੋਈ ਹੈ, ਹਿੰਸਾ ਹੋਈ ਹੈ, ਉਸ ਹਿੰਸਾ ਤੇ ਤੂੰ ਗਾਣਾ ਗਾ। ਸਟੂਡੈਂਟਸ, ਮੈਂ +1 ਅਤੇ +2 ਕਲਾਸਿਸ ਦੇ ਜਨਰਲ ਇੰਗਲਿਸ਼ ਅਤੇ ਇਲੈਕਟਿਵ ਇੰਗਲਿਸ਼ ਦੇ ਬਹੁਤ ਸਾਰੇ ਵੀਡੀਓਜ਼ ਬਣਾਏ ਹੋਏ ਹਨ। ਇਹਨਾਂ ਵੀਡੀਓਜ਼ ਨੂੰ ਦੇਖਣ ਦੇ ਲਈ ਤੁਸੀਂ YouTube ਦੀ ਸਰਚ ਬਾਰ ਤੇ ਜਾ ਕੇ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਟਾਈਪ ਕਰੋ। ਰਿਜ਼ਲਟ ਵਿੱਚ ਆਈ ਪਹਿਲੀ ਸਾਈਟ ਤੇ ਦੀਪਕ ਸੂਦ ਦੇ ਜਾ ਕੇ ਕਲਿੱਕ ਕਰੋ। ਤਾਂ ਇਸ ਤਰ੍ਹਾਂ ਤੁਸੀਂ ਚੈਨਲ ਤੇ ਪਹੁੰਚ ਜਾਵੋਗੇ ਜਿੱਥੇ ਤੁਸੀਂ ਵੀਡੀਓਜ਼ ਦਾ ਇੱਕ ਸੈਕਸ਼ਨ ਦੇਖੋਗੇ। ਵੀਡੀਓਜ਼ ਤੇ ਕਲਿੱਕ ਕਰੋ, ਤੁਹਾਨੂੰ ਮੇਰੀਆਂ ਬਣਾਈਆਂ ਹੋਈਆਂ ਸਾਰੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ। ਇਸ ਦੇ ਵਿੱਚ +1 +2 ਦੀਆਂ ਸਾਰੀਆਂ ਕਲਾਸਿਸ ਦੀਆਂ ਜੋ ਮੈਂ ਵੀਡੀਓਜ਼ ਬਣਾਈਆਂ ਹਨ ਉਹ ਸ਼ਾਮਿਲ ਹਨ। ਪਲੇਲਿਸਟ ਵਾਲੇ ਸੈਕਸ਼ਨ ਤੇ ਜਾ ਕੇ ਤੁਸੀਂ ਸਾਰੀਆਂ ਪਲੇਲਿਸਟ ਪ੍ਰਾਪਤ ਕਰ ਪਾਓਗੇ, ਜਿਵੇਂ ਕਿ ਕਲਾਸ 12 ਦੀ ਪਲੇਲਿਸਟ ਚੌਥੇ ਨੰਬਰ ਤੇ ਹੈ। ਇਸ ਤੇ ਤੁਸੀਂ ਜਾ ਕੇ ਜਦੋਂ ਵਿਊ ਫੁੱਲ ਪਲੇਲਿਸਟ ਕਰੋਗੇ ਤਾਂ ਤੁਹਾਨੂੰ ਕਲਾਸ 12 ਦੀਆਂ ਸਾਰੀਆਂ ਵੀਡੀਓਜ਼ ਮਿਲ ਜਾਣਗੀਆਂ। ਇਸੇ ਤਰ੍ਹਾਂ ਤੁਸੀਂ ਬਾਕੀ ਕਲਾਸ 11 ਉਹਨਾਂ ਦੀ ਪਲੇਲਿਸਟ ਤੇ ਜਾ ਕੇ ਸਾਰੀਆਂ ਵੀਡੀਓਜ਼ ਪ੍ਰਾਪਤ ਕਰ ਸਕਦੇ ਹੋ। ਅਤੇ ਇਸੇ ਤਰ੍ਹਾਂ ਮੈਂ ਕਲਾਸ 11 ਤੇ ਕਲਾਸ 12 ਦੀਆਂ ਗ੍ਰਾਮਰ ਦੀਆਂ ਵੀਡੀਓ ਲਿਸਟ ਬਣਾਈ ਹੋਈ ਹੈ, ਤਾਂ ਉਹ ਸਾਰੀਆਂ ਵੀਡੀਓਜ਼ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਅਤੇ ਇੱਕ ਪਲੇਲਿਸਟ ਇੰਗਲਿਸ਼ ਇਲੈਕਟਿਵ ਕਲਾਸ 11 ਦੀ ਵੀ ਹੈ
ਅਤੇ ਉਸ ਦੇ ਵਿੱਚ ਤੁਹਾਨੂੰ ਸਾਰੀਆਂ ਕਲਾਸ 11 ਦੀਆਂ ਪਲੇਲਿਸਟ ਪ੍ਰਾਪਤ ਹੋ ਜਾਣਗੀਆਂ। ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇੱਕ ਵਾਰ ਤੁਸੀਂ ਦੀਪਕ ਸੂਦ ਲਵ ਲਰਨਿੰਗ ਟੂ ਲੀਡ ਚੈਨਲ ਤੇ ਜ਼ਰੂਰ ਵਿਜ਼ਿਟ ਕਰੋ। ਤਾਂ ਸਟੂਡੈਂਟਸ, ਇੱਕ ਤੁਹਾਡਾ ਕੁਐਸਚਨ ਆਇਆ ਸੀ, ਥਰਡ ਕੁਐਸਚਨ ਜੋ ਆਪਾਂ ਪਹਿਲਾਂ ਡਿਸਕਸ ਕੀਤਾ ਸੀ ਕਿ ਵਾਟ ਅਕੋਰਡਿੰਗ ਟੂ ਦਾ ਮਦਰ ਆਰ ਦਾ ਅਕੰਪਨੀਮੈਂਟਸ ਆਫ ਟੈਕਨੋਲੋਜੀਕਲ ਪ੍ਰੋਗਰੈਸ। ਇਹ ਜਿਹੜੀ ਭਾਰਤ ਦੇ ਵਿੱਚ ਤਕਨੀਕੀ ਤਰੱਕੀ ਹੋਈ ਹੈ ਉਸ ਦੇ ਹੋਰ ਇਫੈਕਟਸ ਕੀ ਨਾਲ ਸਾਨੂੰ ਦੇਖਣ ਨੂੰ ਮਿਲਦੇ ਨੇ। ਤਾਂ ਅਸੀਂ ਬੱਚਿਓ, ਜੇਕਰ ਇਹ ਸਾਡੇ ਐਗਜ਼ਾਮ ਦੇ ਵਿੱਚ ਕੁਐਸਚਨ ਆਉਂਦਾ ਹੈ ਤਾਂ ਅਸੀਂ ਇਹ ਲਾਈਨਸ ਇੱਥੇ ਲਿਖ ਸਕਦੇ ਹਾਂ ਕਿ ਦੇयर ਆਰ ਮੈਨੀ ਨੈਗੇਟਿਵ ਇਫੈਕਟਸ ਆਫ ਟੈਕਨੋਲੋਜੀ। ਤਕਨੀਕ ਦੇ ਬਹੁਤ ਜ਼ਿਆਦਾ ਨੈਗੇਟਿਵ ਇਫੈਕਟਸ ਨੇ, ਨਾ ਪੱਖੀ ਅਸਰ ਨੇ। ਦ ਸਟ੍ਰਾਈਕਸ ਐਂਡ ਫਾਈਟਸ ਹੈਵ ਟਰਨ ਮੈਨ ਇਨਟੂ ਆਇਰਨ ਮੈਨ। ਤਾਂ ਬੱਚਿਓ, ਜਿਹੜੀਆਂ ਸਟ੍ਰਾਈਕਸ ਹੁੰਦੀਆਂ ਨੇ, ਸਟ੍ਰਾਈਕਸ ਦਾ ਮਤਲਬ ਕ੍ਰਾਂਤੀਆਂ, ਮੈਂ ਤੁਹਾਨੂੰ ਕਿਹਾ ਰੈਵੋਲੂਸ਼ਨਸ ਤੋਂ ਹੈ, ਅਤੇ ਫਿਰ ਜਿਹੜੀਆਂ ਲੜਾਈਆਂ ਹੁੰਦੀਆਂ ਨੇ ਉਹਨਾਂ ਦੇ ਨਾਲ ਇਨਸਾਨ ਆਇਰਨ ਮੈਨ ਬਣ ਜਾਂਦਾ ਹੈ, ਇੱਕ ਅਜਿਹਾ ਨਿਰਦਈ ਇਨਸਾਨ ਬਣ ਜਾਂਦਾ ਹੈ ਜਿਸ ਦੇ ਅੰਦਰ ਕੋਈ ਦਇਆ ਨਹੀਂ ਹੈ। ਇੱਥੇ ਆਇਰਨ ਮੈਨ ਦਾ ਮਤਲਬ ਇੱਕ ਅਜਿਹਾ ਇਨਸਾਨ ਜੋ ਦਇਆ ਤੋਂ ਰਹਿਤ ਹੈ। ਦੇ ਹੈਵ ਬਿਕਮ ਫੀਲਿੰਗਲੈਸ। ਤਾਂ ਇੱਥੇ ਦੇ ਦਾ ਮਤਲਬ ਇਹਨਾਂ ਇਨਸਾਨਾਂ ਨੂੰ ਹੀ ਕਿਹਾ ਗਿਆ ਕਿ ਇਹ ਜਿਹੜੇ ਇਨਸਾਨ ਨੇ ਇਹ ਫੀਲਿੰਗਲੈਸ ਹੋ ਗਏ, ਇਹਨਾਂ ਦੇ ਅੰਦਰ ਕੋਈ ਫੀਲਿੰਗ ਹੀ ਨਹੀਂ ਹੈ। ਕਿਸੇ ਨੂੰ ਜਾਨੋਂ ਮਾਰਨ ਦੇ ਵੇਲੇ ਇਹ ਜ਼ਰਾ ਜਿਹਾ ਵੀ ਦਇਆ ਨਹੀਂ ਦਿਖਾਉਂਦੇ, ਇਹ ਫੀਲਿੰਗਲੈਸ ਹੋ ਗਏ। ਦੇਰ ਇਜ਼ ਅ ਸਟਰਗਲ ਬਿਟਵੀਨ ਦਾ ਹੈਵਸ ਐਂਡ ਦਾ ਹੈਵ ਨੋਟਸ। ਤਾਂ ਮੈਂ ਤੁਹਾਨੂੰ ਜਿਵੇਂ ਕਿ ਪਹਿਲਾਂ ਦੱਸਿਆ ਕਿ ਭਾਰਤ ਦੇ ਵਿੱਚ ਅਮੀਰ ਗਰੀਬ ਦਾ ਇੱਕ ਬਹੁਤ ਵੱਡਾ ਪਾੜਾ ਪਿਆ ਹੋਇਆ ਹੈ। ਤਾਂ ਜਿਹੜੇ ਤਾਂ ਬੱਚੇ ਅਮੀਰ ਬੰਦੇ ਨੇ ਉਹਨਾਂ ਨੂੰ ਇਸ ਕਵਿਤਾ ਦੇ ਵਿੱਚ ਹੈਵਸ ਕਿਹਾ ਗਿਆ ਕਿਉਂਕਿ ਉਹਨਾਂ ਕੋਲੇ ਸਾਰਾ ਕੁਝ ਹੈ। ਤਾਂ ਮੈਂ ਤੁਹਾਨੂੰ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹੋਏ ਦੱਸਿਆ ਸੀ, ਇਹਨਾਂ ਲੋਕਾਂ ਨੂੰ ਅਸੀਂ ਪ੍ਰਿਵਿਲੇਜਡ ਵੀ ਕਹਿੰਦੇ ਹਾਂ। ਤੇ ਜਿਹੜੇ ਬੱਚੇ ਗਰੀਬ ਲੋਕ ਨੇ ਜਿਨ੍ਹਾਂ ਕੋਲੇ ਰੋਟੀ ਕੱਪੜਾ ਮਕਾਨ ਤੱਕ ਨਹੀਂ ਹੈ, ਉਹਨਾਂ ਨੂੰ ਹੈਵ ਨੋਟਸ ਕਿਹਾ ਜਾਂਦਾ ਜਾਂ ਅੰਡਰ ਪ੍ਰਿਵਿਲੇਜਡ ਕਿਹਾ ਜਾਂਦਾ। ਤਾਂ ਇਹਨਾਂ ਦੇ ਵਿਚਕਾਰ ਇੱਕ ਸੰਘਰਸ਼ ਹਮੇਸ਼ਾ ਚੱਲਦਾ ਰਹਿੰਦਾ ਹੈ। ਹੈਵਸ ਤੇ ਹੈਵ ਨੋਟਸ ਵਾਲੀ ਸ਼੍ਰੇਣੀਆਂ, ਅਮੀਰ ਤੇ ਗਰੀਬ ਵਾਲੀਆਂ ਜਿਹੜੀਆਂ ਸ਼੍ਰੇਣੀਆਂ ਨੇ, ਉਹਨਾਂ ਦੇ ਵਿਚਕਾਰ ਇੱਕ ਸਾਨੂੰ ਸੰਘਰਸ਼, ਸਟਰਗਲ ਹਮੇਸ਼ਾ ਦੇਖਣ ਨੂੰ ਮਿਲਦੀ ਹੈ। ਇਹ ਟੈਕਨੋਲੋਜੀ ਕਰਕੇ ਹੀ ਆਈ ਹੈ। ਦੇਅਰ ਇਜ਼ ਹੇਟਰੇਡ ਐਂਡ ਵਾਇਲੈਂਸ ਐਵਰੀਵੇਅਰ। ਤਾਂ ਇਸ ਦੇ ਨਾਲ ਇਸ ਸਟਰਗਲ ਦਾ ਅਸਰ ਕੀ ਹੁੰਦਾ ਹੈ ਕਿ ਹੇਟਰੇਡ, ਇੱਕ ਦੂਜੇ ਨੂੰ ਅਸੀਂ ਹੇਟ ਕਰਦੇ ਹਾਂ, ਨਫ਼ਰਤ ਕਰਦੇ ਹਾਂ, ਇੱਕ ਨਫ਼ਰਤ ਦੀ ਦੀਵਾਰ ਖੜੀ ਹੋ ਜਾਂਦੀ ਹੈ ਇਹਨਾਂ ਸ਼੍ਰੇਣੀਆਂ ਦੇ ਅੰਦਰ, ਅਤੇ ਫਿਰ ਵਾਇਲੈਂਸ ਹੁੰਦੀ ਹੈ, ਹਿੰਸਾ ਹੁੰਦੀ ਹੈ ਜੋ ਸਾਨੂੰ ਹਰ ਕਿਤੇ ਦਿਖਦੀ ਹੈ। ਤਾਂ ਸਟੂਡੈਂਟ, ਸਾਡਾ ਪੰਜਵਾਂ ਕੁਐਸਚਨ ਬਹੁਤ ਹੀ ਇੰਪੋਰਟੈਂਟ ਹੈ ਜੋ ਮੈਂ ਤੁਹਾਡੇ ਨਾਲ ਪਹਿਲਾਂ ਡਿਸਕਸ ਕੀਤਾ ਸੀ ਕਿ ਪੋਇਮ ਦੇ ਕਨਕਲੂਡਿੰਗ ਲਾਈਨਸ ਦੇ ਵਿੱਚ ਇੱਕ ਵਿਜ਼ਨ ਦਿਖਦਾ ਹੈ ਪੋਇਟ ਨੂੰ, ਤਾਂ ਉਸ ਵਿਜ਼ਨ ਦੇ ਬਾਰੇ ਪੁੱਛਿਆ ਗਿਆ ਹੈ। ਇਹ ਕਾਫੀ ਇੰਪੋਰਟੈਂਟ ਕੁਐਸਚਨ ਹੈ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਦੇ ਨਾਲ। ਤਾਂ ਬੱਚਿਓ, ਜੇਕਰ ਇਹ ਕੁਐਸਚਨ ਪੇਪਰ ਚਾਹੁੰਦਾ ਤਾਂ ਤੁਸੀਂ ਇਹ ਲਾਈਨਸ ਲਿਖ ਸਕਦੇ ਹੋ ਜੋ ਅਸੀਂ ਕਵਰ ਕਰਨ ਜਾ ਰਹੇ ਹਾਂ ਕਿ ਇਨ ਦਾ ਕਨਕਲੂਡਿੰਗ ਲਾਈਨਸ ਆਫ ਦਾ ਪੋਇਮ ਦੇ ਅੰਤ ਦੀਆਂ ਲਾਈਨਾਂ ਦੇ ਵਿੱਚ, ਲਾਸਟ ਵਾਲੀਆਂ ਲਾਈਨਾਂ ਦੇ ਵਿੱਚ, ਦਾ ਪੋਇਟ ਸੀਜ਼ ਅ ਵਿਜ਼ਨ। ਕਵੀ ਨੂੰ ਇੱਕ ਵਿਜ਼ਨ ਦਿਖਦਾ ਹੈ। ਵਿਜ਼ਨ ਦਾ ਮਤਲਬ ਉਸ ਨੂੰ ਕਿਸੇ ਚੀਜ਼ ਦੇ ਦਰਸ਼ਨ ਹੁੰਦੇ ਆ। ਇਨ ਦਿਸ ਵਿਜ਼ਨ ਦਾ ਮਦਰ ਇੰਡੀਆ ਰਾਈਜ਼ਿਜ਼ ਡੈਕੋਰੇਟਿਡ ਬਾਏ ਬਲੂ ਸਕਾਈ। ਤਾਂ ਇਸ ਵਿਜ਼ਨ ਦੇ ਵਿੱਚ ਕਵੀ ਕੀ ਦੇਖਦਾ ਹੈ ਕਿ ਮਦਰ ਇੰਡੀਆ ਉੱਠਦੀ ਹੈ ਅਤੇ ਉਸ ਨੂੰ ਕਵਰ ਕੀਤਾ ਹੋਇਆ ਹੈ ਬਲੂ ਸਕਾਈ ਨੇ। ਡੈਕੋਰੇਟਿਡ ਦਾ ਮਤਲਬ ਇੱਥੇ ਸਜਾਇਆ ਹੋਣਾ ਕਿਹਾ ਜਾ ਸਕਦਾ ਹੈ ਕਿ ਬਲੂ ਸਕਾਈ ਦੇ ਨਾਲ ਉਹ ਸਜੀ ਹੋਈ ਹੈ ਭਾਰਤ ਮਾਤਾ, ਉਹ ਇਸ ਤਰ੍ਹਾਂ ਉੱਠਦੀ ਹੈ। ਦਾ ਮਿਲਕ ਵਾਈਟ ਓਸ਼ਨਸ ਰਿਵੋਲਵ ਅਰਾਊਂਡ ਹਰ। ਦੁੱਧ ਚਿੱਟੇ ਰੰਗ ਦੇ ਜਿਹੜੇ ਸਾਡੇ ਪਾਣੀ ਵਾਲੇ ਓਸ਼ਨਸ ਹੈ, ਮਹਾਸਾਗਰ ਹੈ, ਉਸ ਦੇ ਆਲੇ ਦੁਆਲੇ ਘੁੰਮ ਰਹੇ ਨੇ। ਉਸ ਵਿਜ਼ਨ 'ਚ ਉਸ ਨੂੰ ਇਸ ਤਰ੍ਹਾਂ ਦਿਖਦਾ ਹੈ। ਹੁਣ ਇਹ ਓਸ਼ਨਸ ਕਿਹੜੇ ਨੇ? ਇਹ ਉਹੀ ਓਸ਼ਨਸ ਨੇ ਜਿਨ੍ਹਾਂ ਦੀ ਗੱਲ ਕਵੀ ਨੇ ਪਹਿਲੇ ਸਟੈਂਜ਼ੇ ਦੇ ਵਿੱਚ ਕੀਤੀ ਸੀ, ਅਰੇਬੀਅਨ ਸੀ, ਬੇ ਆਫ ਬੰਗਾਲ ਐਂਡ ਇੰਡੀਅਨ ਓਸ਼ਨ। ਤਾਂ ਉਸ ਦੇ ਆਲੇ ਦੁਆਲੇ ਘੁੰਮ ਰਹੇ ਨੇ। ਰਿਵੋਲਵ ਅਰਾਊਂਡ ਦਾ ਮਤਲਬ ਆਲੇ ਦੁਆਲੇ ਘੁੰਮਣਾ। ਸ਼ੀ ਇਜ਼ ਐਨਥਰੋਨਡ ਔਨ ਦਾ ਲਾਈਟ ਸੈਂਟ ਬਾਈ ਦਾ ਵੇਵਸ ਆਫ ਦਾ ਓਸ਼ਨਸ। ਤਾਂ ਉਸ ਵਿਜ਼ਨ ਦੇ ਵਿੱਚ ਕਵੀ ਨੂੰ ਇਹ ਵੀ ਦਿਖਦਾ ਹੈ ਕਿ ਓਸ਼ਨਸ ਦੀਆਂ ਜਿਹੜੀਆਂ ਵੇਵਸ ਹੈ, ਜਿਹੜੀਆਂ ਲਹਿਰਾਂ ਨੇ, ਉਹ ਲਾਈਟ ਪੈਦਾ ਕਰ ਰਹੀਆਂ ਨੇ ਅਤੇ ਉਸ ਲਾਈਟ ਦੇ ਉੱਪਰ ਭਾਰਤ ਮਾਤਾ ਐਨਥਰੋਨਡ ਹੈ। ਐਨਥਰੋਨਡ ਦਾ ਮਤਲਬ ਵਿਰਾਜਮਾਨ। ਜਿਵੇਂ ਕੋਈ ਰਾਜਾ ਬੱਚਿਓ ਸਿੰਘਾਸਨ ਤੇ ਵਿਰਾਜਮਾਨ ਹੁੰਦਾ ਹੈ, ਤਾਂ ਕਵੀ ਨੂੰ ਕੀ ਦਿਖਦਾ ਆਪਣੇ ਵਿਜ਼ਨ ਦੇ ਵਿੱਚ ਕਿ ਭਾਰਤ ਮਾਤਾ ਓਸ਼ਨਸ ਦੀ ਵੇਵਸ ਦੁਆਰਾ ਛੱਡੀ ਹੋਈ ਜਿਹੜੀ ਲਾਈਟ ਹੈ ਉਸ ਦੇ ਉੱਪਰ ਉਹ ਵਿਰਾਜਮਾਨ ਹੈ। ਸ਼ੀ ਇਜ਼ ਰਾਈਟਿੰਗ ਦਾ ਨਿਊ ਫਿਊਚਰ ਆਫ ਇੰਡੀਆ। ਭਾਰਤ ਮਾਤਾ ਉਸ ਲਾਈਟ ਦੇ ਉੱਪਰ ਬੈਠ ਕੇ ਸਾਡੇ ਭਾਰਤ ਦਾ ਨਵਾਂ ਫਿਊਚਰ ਲਿਖ ਰਹੀ ਹੈ, ਨਵਾਂ ਭਵਿੱਖ ਲਿਖ ਰਹੀ ਹੈ। ਤਾਂ ਪੋਇਮ ਦੇ ਵਿੱਚ ਇੱਕ ਫਰੇਜ਼ ਆਇਆ ਸੀ ਬੱਚਿਓ, ਦਾ ਬੁੱਕ ਆਫ ਦਾ ਮੋਰੋ। ਤਾਂ ਇਹ ਜਿਹੜਾ ਫਰੇਜ਼ ਸੀ ਬੱਚਿਓ, ਇਹ ਪੋਇਮ ਦੇ ਵਿੱਚ ਆਇਆ ਸੀ, ਜਿਸ ਦਾ ਮਤਲਬ ਹੈ ਦਾ ਨਿਊ ਫਿਊਚਰ ਆਫ ਇੰਡੀਆ। ਇਨ ਦਿਸ ਫਿਊਚਰ ਦੇयर ਇਜ਼ ਅ ਕਲੀਅਰ ਡਾਨ। ਤਾਂ ਇਹ ਜਿਹੜਾ ਫਿਊਚਰ ਹੈ ਉਸ ਦੇ ਵਿੱਚ ਸੱਜਰੀ ਸਵੇਰ ਹੈ। ਕਲੀਅਰ ਡਾਨ, ਡਾਨ ਦਾ ਮਤਲਬ ਹੁੰਦਾ ਬੱਚਿਓ ਮਾਰਨਿੰਗ, ਤੇ ਕਲੀਅਰ ਬਿਲਕੁਲ ਸਾਫ਼ ਸਵੇਰ ਕਵੀ ਨੂੰ ਨਜ਼ਰ ਆਉਂਦੀ ਹੈ। ਦਾ ਨੇਚਰ ਲੁਕਸ ਵੈਰੀ ਬਿਊਟੀਫੁਲ। ਤਾਂ ਉਸ ਸਵੇਰ ਦੇ ਵਿੱਚ ਨੇਚਰ ਬਹੁਤ ਜ਼ਿਆਦਾ ਖੂਬਸੂਰਤ ਹੈ। ਕਿਤੇ ਡਰਟ ਨਹੀਂ ਹੈ, ਕਿਤੇ ਫਿਲਥ ਨਹੀਂ ਹੈ, ਕੋਈ ਗੰਦਗੀ ਨਹੀਂ ਹੈ, ਕੋਈ ਮੈਲ ਨਹੀਂ ਹੈ, ਜਿਸ ਗੰਦਗੀ ਤੇ ਮੈਲ ਦੀ ਜ਼ਿਕਰ ਪੋਇਮ ਦੇ ਵਿੱਚ ਹੋਇਆ ਸੀ। ਐਵਰੀ ਇੰਡੀਅਨ ਇਜ਼ ਬਿਜ਼ੀ। ਅਤੇ ਉਹ ਸਵੇਰ ਜਦੋਂ ਹੁੰਦੀ ਹੈ ਤਾਂ ਉਸ ਸਵੇਰ ਵੇਲੇ ਕੋਈ ਵੀ ਸਾਡਾ ਭਾਰਤੀ ਅਜਿਹਾ ਨਹੀਂ ਜੋ ਕਿ ਕੰਮ ਤੋਂ ਵਿਹੀਨ ਹੈ। ਮਤਲਬ ਉਸ ਨੂੰ ਕੰਮ ਮਿਲਿਆ ਹੋਇਆ, ਉਹ ਕੰਮ ਕਰ ਰਿਹਾ, ਉਹ ਬਿਜ਼ੀ ਹੈ, ਉਸ ਨੂੰ ਕੋਈ ਕਿੱਤਾ ਮਿਲਿਆ ਹੋਇਆ, ਉਹ ਵਿਹਲਾ ਨਹੀਂ ਹੈ। ਹਿਜ਼ ਹੈਡ ਇਜ਼ ਹਾਈ।
ਉਸ ਦਾ ਸਿਰ ਉੱਚਾ ਹੈ ਕਿਉਂਕਿ ਉਸ ਸਮੇਂ ਬੱਚਿਓ ਉਹ ਆਪਣੇ ਪੈਰਾਂ ਤੇ ਪੂਰੀ ਤਰ੍ਹਾਂ ਖੜਾ ਹੈ। ਉਸ ਨੂੰ ਕਿਸੇ ਹੋਰ ਵੱਲ ਦੇਖਣ ਦੀ ਜ਼ਰੂਰਤ ਨਹੀਂ ਹੈ, ਇਸ ਕਰਕੇ ਉਸ ਦਾ ਹੈਡ ਹਾਈ ਹੈ ਐਂਡ ਹਿਸ ਹਾਰਟ ਇਜ਼ ਹੈਪੀ। ਅਤੇ ਕਿਉਂਕਿ ਉਸ ਨੂੰ ਕੋਈ ਆਪਣੀ ਆਜੀਵਿਕਾ ਦੀ ਚਿੰਤਾ ਨਹੀਂ ਹੈ, ਉਸ ਦਾ ਇੱਕ ਮਾਣ ਹੈ ਸਮਾਜ ਦੇ ਵਿੱਚ, ਤਾਂ ਉਸ ਦਾ ਹਾਰਟ ਵੀ, ਉਸ ਦਾ ਦਿਲ ਵੀ ਖੁਸ਼ ਹੈ ਅਤੇ ਉਹ ਕਿਸੇ ਨਾਲ ਲੜ ਨਹੀਂ ਰਿਹਾ। ਤਾਂ ਕੋਈ ਲੜਾਈ ਨਹੀਂ, ਫਾਈਟ ਨਹੀਂ, ਕੋਈ ਰੈਵੋਲੂਸ਼ਨ ਨਹੀਂ, ਕੋਈ ਸਟ੍ਰਾਈਕ ਨਹੀਂ। ਤਾਂ ਜੋ ਸਾਡੇ ਭਾਰਤ ਦੇ ਨਾ ਪੱਖੀ ਦ੍ਰਿਸ਼ ਇਸ ਪੋਇਮ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਦੇ ਨੇ, ਉਸ ਸੱਜਰੀ ਸਵੇਰ ਵਿੱਚ ਅਜਿਹਾ ਕੁਝ ਨਹੀਂ ਹੈ। ਸੋ ਐਟ ਦਾ ਐਂਡ ਆਫ ਦਾ ਪੋਇਮ, ਇਸ ਕਰਕੇ ਪੋਇਮ ਦੇ ਅੰਤ ਤੇ ਦਾ ਪੋਇਟ ਇਜ਼ ਸਟਿਲ ਹੋਪਫੁਲ ਆਫ ਦਾ ਬ੍ਰਾਈਟ ਫਿਊਚਰ ਆਫ ਇੰਡੀਆ। ਪੋਇਟ ਹਜੇ ਵੀ ਹੋਪਫੁਲ ਹੈ, ਆਸਵੰਦ ਹੈ ਕਿ ਸਾਡੇ ਭਾਰਤ ਦਾ ਸੁਨਹਿਰਾ ਭਵਿੱਖ ਹੋਏਗਾ, ਚਮਕਦਾਰ ਭਵਿੱਖ ਹੋਏਗਾ। ਤਾਂ ਇੱਕ ਤਰੀਕੇ ਨਾਲ ਬੱਚਿਓ ਇਹ ਕਵਿਤਾ ਆਪਟੀਮਿਜ਼ਮ ਦੇ ਨੋਟ ਨਾਲ ਖਤਮ ਹੁੰਦੀ ਹੈ, ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਨਾਲ ਖਤਮ ਹੁੰਦੀ ਹੈ। ਤਾਂ ਸਟੂਡੈਂਟਸ, ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜਾ ਪਹਿਲਾ ਕੁਐਸਚਨ ਹੈ ਜਾਂ ਜਿਹੜਾ ਫੋਰਥ ਕੁਐਸਚਨ ਹੈ, ਇਹ ਆਲਮੋਸਟ ਸੇਮ ਹੈ, ਜਿਸ ਦੇ ਵਿੱਚ ਇਹ ਪੁੱਛਿਆ ਗਿਆ ਕਿ ਪੋਇਟ ਮਦਰ ਇੰਡੀਆ ਨੂੰ ਕਿਸ ਤਰ੍ਹਾਂ ਦੀ ਸ਼ਰਧਾਂਜਲੀ ਦੇਣੀ ਚਾਹੁੰਦਾ ਹੈ। ਤਾਂ ਬੱਚਿਓ ਉਹਦੇ ਆਨਸਰਸ ਤੁਸੀਂ ਇਸੇ ਕੰਪਰੀਹੈਂਸਿਵ ਆਨਸਰ ਦੇ ਵਿੱਚੋਂ ਲਿਖ ਸਕਦੇ ਹੋ। ਤੁਸੀਂ ਉਹ ਵਾਲੀਆਂ ਸਾਰੀਆਂ ਲਾਈਨਸ ਲਿਖ ਸਕਦੇ ਹੋ ਜੋ ਕਵੀ ਭਾਰਤ ਮਾਤਾ ਨੂੰ ਕਹਿੰਦਾ ਹੈ ਕਿ ਮੈਂ ਤੇਰੇ ਲਈ ਕਿਸ ਤਰੀਕੇ ਦਾ ਗਾਣਾ ਗਾਵਾਂ। ਉਹ ਬਹੁਤ ਸਾਰੀਆਂ ਆਪਸ਼ਨਸ ਦਿੰਦਾ ਹੈ ਪੂਰੀ ਪੋਇਮ ਦੇ ਵਿੱਚ, ਤਾਂ ਉਹ ਸਾਰੀਆਂ ਲਾਈਨਸ ਇਸ ਦੇ ਵਿੱਚ ਆ ਸਕਦੀਆਂ ਨੇ। ਇੱਕ ਵਾਰੀ ਮੈਂ ਤੁਹਾਨੂੰ ਉਹ ਸਾਰੀਆਂ ਲਾਈਨਸ ਦੱਸ ਦਿੰਦਾ। ਤਾਂ ਤੁਸੀਂ ਇਹ ਲਾਈਨਸ ਲਿਖ ਸਕਦੇ ਹੋ। ਦਾ ਪੋਇਟ ਵਾਂਟਸ ਟੂ ਸਿੰਗ ਅ ਸੌਂਗ ਇਨ ਪ੍ਰੇਜ਼ ਆਫ ਮਦਰ ਇੰਡੀਆ। ਹੀ ਆਸਕਡ ਦਾ ਮਦਰ ਇਫ ਹੀ ਸ਼ੁਡ ਸਿੰਗ ਅਬਾਊਟ ਹਿਮਾਲਯਸ, ਦਾ 3 ਸੀਜ਼ ਔਰ ਦਾ ਗੋਲਡਨ ਮਾਰਨਿੰਗ। ਇਸੇ ਤਰ੍ਹਾਂ ਕੁਛ ਅੱਗੇ ਲਾਈਨਸ ਆਈਆਂ ਬੱਚਿਓ, ਜਿਵੇਂ ਦਾ ਪੋਇਟ ਅਗੇਨ ਆਸਕਡ ਮਦਰ ਇਫ ਹੀ ਸ਼ੁਡ ਸਿੰਗ ਅਬਾਊਟ ਦਾ ਰੌਕ ਕਟ ਟੈਂਪਲਸ, ਦਾ ਮਾਰਟਰਸ ਆਫ ਦਾ ਹੋਲੀ ਸੇਂਟਸ ਆਫ ਇੰਡੀਆ। ਤੇ ਇਸੇ ਤਰ੍ਹਾਂ ਇਹ ਵਾਲੀਆਂ ਲਾਈਨਸ ਤੁਸੀਂ ਇਨਕਲੂਡ ਕਰ ਸਕਦੇ ਹੋ ਕਿ ਵਨਸ ਅਗੇਨ ਦਾ ਪੋਇਟ ਆਸਕਡ ਮਦਰ ਇਫ ਹੀ ਸ਼ੁਡ ਸਿੰਗ ਅਬਾਊਟ ਦਾ ਡੈਮਸ, ਲੇਕਸ, ਮਿਲਸ ਔਰ ਦਾ ਟੈਕਨੋਲੋਜੀ। ਤਾਂ ਬੱਚਿਓ ਸਾਰੀਆਂ ਲਾਈਨਸ ਤੁਸੀਂ ਇਸ ਕੁਐਸਚਨ ਦੇ ਆਨਸਰ ਦੇ ਵਿੱਚ ਲਿਖ ਸਕਦੇ ਹੋ। ਤਾਂ ਇਸ ਦੇ ਨਾਲ ਤੁਹਾਡਾ ਇਹ ਸਾਰਾ ਆਨਸਰ ਕਵਰ ਹੁੰਦਾ। ਤਾਂ ਬੱਚਿਓ ਸਾਡਾ ਇਸੇ ਤਰ੍ਹਾਂ ਸੈਕਿੰਡ ਕੁਐਸਚਨ ਸੀ ਕਿ ਹਾਊ ਡਜ਼ ਦਾ ਮਦਰ ਰਿਮਾਈਂਡ ਦਾ ਪੋਇਟ ਦੈਟ ਦਾ ਡਾਰਕੈਸਟ ਸਾਈਡ ਆਫ ਲਾਈਫ ਨੀਡਸ ਹਿਸ ਗ੍ਰੇਟਰ ਅਟੈਂਸ਼ਨ ਐਂਡ ਕੰਸਰਨ। ਤਾਂ ਇਹਦੇ ਵਿੱਚ ਮਦਰ ਨੇ ਸਾਡੇ ਭਾਰਤ ਦੇ ਉਹ ਸਾਰੇ ਦ੍ਰਿਸ਼ ਪੇਸ਼ ਕੀਤੇ ਨੇ ਜਿਹਦੇ ਵਿੱਚ ਸਾਨੂੰ ਭਾਰਤ ਦੇ ਵਿੱਚ ਮੌਜੂਦ ਪ੍ਰੋਬਲਮਸ ਦੇ ਬਾਰੇ ਪਤਾ ਚੱਲਦਾ ਹੈ। ਤਾਂ ਉਹ ਸਾਰੀਆਂ ਲਾਈਨਸ ਇਸ ਕੁਐਸਚਨ ਦੇ ਆਨਸਰ 'ਚ ਆ ਸਕਦੀਆਂ ਨੇ। ਤਾਂ ਅਸੀਂ ਬੱਚਿਓ ਇਹਦਾ ਆਨਸਰ ਇੱਥੋਂ ਸ਼ੁਰੂ ਕਰ ਸਕਦੇ ਹਾਂ। ਮਦਰ ਆਸਕਡ ਹਿਮ ਟੂ ਸਿੰਗ ਅਬਾਊਟ ਦਾ ਬੈਗਰਸ, ਲੈਪਰਸ ਐਂਡ ਦਾ ਡਰਟ ਪ੍ਰੈਜ਼ੈਂਟ ਇਨ ਇੰਡੀਆ। ਇਹ ਲਾਈਨਸ ਆਪਾਂ ਲਿਖ ਸਕਦੇ ਹਾਂ। ਇਸ ਤੋਂ ਬਾਅਦ ਮਦਰ ਆਸਕਡ ਹਿਮ ਟੂ ਸਿੰਗ ਅਬਾਊਟ ਦੀ ਫਾਰਮਰਸ, ਲੇਬਰਰਸ ਐਂਡ ਦਾ ਹੈਲਪਲੈਸ ਇੰਡੀਅਨ ਚਿਲਡਰਨ। ਇਹ ਲਾਈਨਸ ਅਸੀਂ ਇਸ ਦੇ ਵਿੱਚ ਇਨਕਲੂਡ ਕਰ ਸਕਦੇ ਹਾਂ। ਇਸੇ ਤਰ੍ਹਾਂ ਮਦਰ ਆਸਕਡ ਹਿਮ ਟੂ ਸਿੰਗ ਓਨਲੀ ਅਬਾਊਟ ਦਾ ਸਟ੍ਰਾਈਕ, ਦੀ ਕਲਾਸ ਵਾਰ ਐਂਡ ਵਾਇਲੈਂਸ। ਤਾਂ ਅਸੀਂ ਇਹ ਸਾਰੀਆਂ ਲਾਈਨਸ ਇਸ ਕੁਐਸਚਨ ਦੇ ਆਨਸਰ 'ਚ ਲਿਖ ਸਕਦੇ ਹਾਂ। ਤਾਂ ਸਟੂਡੈਂਟਸ, ਇਸੇ ਦੇ ਨਾਲ ਸਾਡਾ ਅੱਜ ਦਾ ਵੀਡੀਓ ਖਤਮ ਹੁੰਦਾ ਹੈ। ਉਮੀਦ ਹੈ ਬੱਚਿਓ ਤੁਹਾਨੂੰ ਇਹ ਸਾਰੇ ਕੁਐਸਚਨ ਆਨਸਰਸ ਜੋ ਕਿ ਤੁਹਾਡੇ ਟੈਕਸਟ ਬੁੱਕ ਦੇ ਵਿੱਚ ਸ਼ਾਮਿਲ ਨੇ ਜਾਂ ਜੋ ਮੈਂ ਇੱਕ ਕੰਪਰੀਹੈਂਸਿਵ ਆਨਸਰ ਤੁਹਾਡੇ ਨਾਲ ਸ਼ੇਅਰ ਕੀਤਾ ਹੈ, ਇਹ ਸਮਝ ਆ ਗਿਆ ਹੋਵੇਗਾ। ਫਿਰ ਵੀ ਜੇਕਰ ਤੁਹਾਡਾ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ। ਚੈਪਟਰ ਦੇ ਐਂਡ ਤੇ ਮੈਂ ਤੁਹਾਨੂੰ ਆਪਣੇ ਦੁਆਰਾ ਬਣਾਏ ਹੋਏ +2 ਇੰਗਲਿਸ਼ ਇਲੈਕਟਿਵ ਦੀਆਂ ਹੋਰ ਬਹੁਤ ਸਾਰੀਆਂ ਪੋਇਮਸ ਦੇ ਵੀਡੀਓਜ਼ ਤੁਹਾਨੂੰ ਸਕਰੀਨ ਦੇ ਉੱਪਰ ਸ਼ੇਅਰ ਕਰ ਰਿਹਾ ਹਾਂ। ਨੈਕਸਟ ਵੀਡੀਓ ਦੇ ਵਿੱਚ ਆਪਾਂ ਫਿਰ ਕਿਸੇ ਨਵੇਂ ਚੈਪਟਰ ਨੂੰ ਲੈ ਕੇ ਮਿਲਾਂਗੇ ਜੀ। ਫਿਰ ਮਿਲਦੇ ਹਾਂ। ਧੰਨਵਾਦ।